ਸਤਿ ਸ੍ਰੀ ਅਕਾਲ ਜੀ। ਇੰਜੋਏ ਸਟੋਰੀਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ। ਇੱਕ ਦਿਨ ਮੇਰੀ ਸਹੇਲੀ ਨੇ ਮੈਨੂੰ ਆਫਰ ਦਿੱਤਾ ਤੇ ਕਿਹਾ ਕਿ ਮੈਂ ਤੈਨੂੰ 30 ਲੱਖ ਰੁਪਏ ਦੇਵਾਂਗੀ, ਤੂੰ ਮੇਰੇ ਪਾਪਾ ਨੂੰ ਖੁਸ਼ ਕਰ ਦੇ। ਪਹਿਲਾਂ ਤਾਂ ਮੈਂ ਉਸ ਦੀ ਗੱਲ ਸੁਣ ਕੇ ਉਸ ਨੂੰ ਮਨਾ ਕਰ ਦਿੱਤਾ, ਪਰ ਫਿਰ ਮੈਂ 30 ਲੱਖ ਰੁਪਏ ਦੇ ਲਾਲਚ ਵਿੱਚ ਆ ਕੇ ਉਸ ਨੂੰ ਹਾਂ ਕਰ ਦਿੱਤੀ, ਕਿਉਂਕਿ ਮੈਨੂੰ ਵੀ ਪੈਸਿਆਂ ਦੀ ਬਹੁਤ ਜ਼ਿਆਦਾ ਲੋੜ ਸੀ। ਫਿਰ ਅਗਲੇ ਦਿਨ ਉਹ 30 ਲੱਖ ਰੁਪਏ ਲੈ ਕੇ ਸਾਡੇ ਘਰ ਆ ਕੇ ਮੈਨੂੰ ਕਹਿਣ ਲੱਗੀ ਕਿ ਅੱਜ ਰਾਤ ਨੂੰ 8 ਵਜੇ ਤੂੰ ਮੇਰੇ ਪਾਪਾ ਕੋਲ ਚਲੀ ਜਾਵੀਂ। ਜਦੋਂ ਉਸਨੇ ਮੈਨੂੰ ਇਸ ਤਰ੍ਹਾਂ ਕਿਹਾ ਤਾਂ ਮੇਰੇ ਉਸ ਦੀ ਗੱਲ ਸੁਣਦਿਆਂ ਹੀ ਹੋਸ਼ ਉੱਡ ਗਏ। ਮੈਂ ਤੇ ਮੇਰੀ ਸਹੇਲੀ ਅਸੀਂ ਇਕੱਠੀਆਂ ਇੱਕ ਹੀ ਕਲਾਸ ਵਿੱਚ ਪੜ੍ਹੀਆਂ ਸੀ। ਮੈਂ ਇੱਕ ਗਰੀਬ ਘਰ ਤੋਂ ਸੀ ਤੇ ਉਹ ਬਹੁਤ ਜ਼ਿਆਦਾ ਅਮੀਰ ਘਰ ਦੀ ਸੀ। ਉਸਨੇ ਸਾਰੀ ਕਲਾਸ ਵਿੱਚੋਂ ਸਿਰਫ ਮੇਰੇ ਨਾਲ ਹੀ ਦੋਸਤੀ ਕੀਤੀ। ਉਸ ਵਿੱਚ ਆਪਣੀ ਅਮੀਰੀ ਹੋਣ ਦਾ ਕੋਈ ਵੀ ਹੰਕਾਰ ਨਹੀਂ ਸੀ। ਉਹ ਮੇਰੇ ਨਾਲ ਹੀ ਹਮੇਸ਼ਾ ਰਹਿੰਦੀ ਸੀ ਤੇ ਮੈਂ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ, ਪਰ ਮੇਰੇ ਘਰ ਦੇ ਮੇਰੀ ਫੀਸ ਵੀ ਨਹੀਂ ਦੇ ਸਕਦੇ ਸੀ। ਇਸ ਕਰਕੇ ਮੇਰੀ ਟੀਚਰ ਨੇ ਮੈਨੂੰ ਕਿਹਾ ਸੀ ਕਿ ਤੂੰ ਪੜ੍ਹਾਈ ਨਾ ਛੱਡੀ, ਤੇਰੀ ਫੀਸ ਮੈਂ ਅੱਧੀ ਕਰ ਦੇਵਾਂਗੀ, ਕਿਉਂਕਿ ਮੇਰੇ ਪੇਪਰਾਂ ਦੇ ਵਿੱਚੋਂ ਬਹੁਤ ਵਧੀਆ ਨੰਬਰ ਆਉਂਦੇ ਸਨ ਤੇ ਮੈਂ ਇੱਕ ਕਲਾਸ ਵਿੱਚ ਵੀ ਸਭ ਤੋਂ ਜ਼ਿਆਦਾ ਹੁਸ਼ਿਆਰ ਸੀ। ਕਿਉਂਕਿ ਮੇਰੇ ਟੀਚਰ ਵੀ ਮੇਰੇ ਘਰ ਦੀ ਹਾਲਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਉਹਨਾਂ ਨੂੰ ਪਤਾ ਸੀ ਕਿ ਅਸੀਂ ਕਿਹੋ ਜਿਹੇ ਹਾਲਾਤਾਂ ਵਿੱਚ ਰਹਿੰਦੇ ਹਾਂ। ਮੇਰੇ ਮਾਂ ਪਿਓ ਦਿਹਾੜੀ ਕਰਕੇ ਹੀ ਗੁਜ਼ਾਰਾ ਕਰਦੇ ਸਨ। ਪੂਜਾ ਨੂੰ ਸਾਡੇ ਸਕੂਲ ਵਿੱਚ ਆਏ 1 ਸਾਲ ਹੀ ਹੋਇਆ ਸੀ, ਪਰ ਉਸਨੇ ਸਾਲ ਦੇ ਵਿੱਚ ਹੀ ਮੇਰੇ ਨਾਲ ਬਹੁਤ ਗਹਿਰੀ ਦੋਸਤੀ ਪਾ ਲਈ ਸੀ। ਉਹ ਮੇਰੇ ਤੋਂ ਬਿਨਾਂ ਇੱਕ ਪਲ ਵੀ ਨਹੀਂ ਸੀ ਰਹਿ ਸਕਦੀ। ਦੋਸਤੀ ਇੰਨੀ ਕੁ ਜ਼ਿਆਦਾ ਗਹਿਰੀ ਸੀ ਕਿ ਪੂਜਾ ਮੈਨੂੰ ਕਹਿੰਦੀ, ਤੂੰ ਸਾਡੇ ਘਰ ਆ ਜਾਇਆ ਕਰ, ਆਪਾਂ ਇਕੱਠੀਆਂ ਪੜ੍ਹਾਈ ਕਰਿਆ ਕਰਾਂਗੇ, ਮੈਂ ਤੇਰੇ ਘਰ ਆ ਜਾਇਆ ਕਰੂੰਗੀ। ਇੱਕ ਦਿਨ ਅਚਾਨਕ ਪੂਜਾ ਸਾਡੇ ਘਰ ਆ ਗਈ। ਮੈਂ ਤਾਂ ਆਪਣੇ ਘਰ ਦੀ ਹਾਲਤ ਨੂੰ ਦੇਖ ਕੇ ਪੂਜਾ ਤੋਂ ਸ਼ਰਮ ਮਹਿਸੂਸ ਕਰ ਰਹੀ ਸੀ, ਕਿਉਂਕਿ ਸਾਡਾ ਤਾਂ ਪੁਰਾਣਾ ਤੇ ਟੁੱਟਿਆ ਹੋਇਆ ਘਰ ਸੀ। ਪਰ ਪੂਜਾ ਨੇ ਬਿਲਕੁਲ ਵੀ ਮੈਨੂੰ ਨਹੀਂ ਕਿਹਾ ਕਿ ਤੁਹਾਡਾ ਘਰ ਪੁਰਾਣਾ ਹੈ ਤੇ ਕੋਈ ਵੀ ਨਕਬੁੱਲ ਨਹੀਂ ਕੱਢੇ। ਮੇਰੀ ਮਾਂ ਨੇ ਉਸ ਦਿਨ ਦਾਲ ਬਣਾਈ ਹੋਈ ਸੀ। ਮੇਰੀ ਸਹੇਲੀ ਨੂੰ ਦੇਖ ਕੇ ਮਾਂ ਬਾਜ਼ਾਰ ਵਿੱਚੋਂ ਜਾ ਕੇ ਚਿਕਨ ਲੈ ਆਏ ਤਾਂ ਪੂਜਾ ਲਈ ਚਿਕਨ ਸਪੈਸ਼ਲ ਬਣਾਇਆ। ਪਰ ਪੂਜਾ ਨੇ ਮੇਰੀ ਮਾਂ ਦੇ ਹੱਥਾਂ ਦੀ ਬਣੀ ਹੋਈ ਦਾਲ ਨਾਲ ਹੀ ਰੋਟੀ ਖਾਧੀ ਤੇ ਉਸਨੇ ਕਿਹਾ ਕਿ ਆਂਟੀ, ਮੈਂ ਤਾਂ ਸਿਰਫ ਦਾਲ ਨਾਲ ਹੀ ਰੋਟੀ ਖਾਵਾਂਗੀ। ਤੁਹਾਡੇ ਹੱਥਾਂ ਵਿੱਚ ਤਾਂ ਜਾਦੂ ਹੈ, ਤੁਸੀਂ ਕਿੰਨੀ ਸਵਾਦਿਸ਼ਟ ਦਾਲ ਬਣਾਈ ਹੈ, ਮੈਂ ਸਿਰਫ ਦਾਲ ਨਾਲ ਹੀ ਰੋਟੀ ਖਾਵਾਂਗੀ। ਉਸਨੇ ਰੱਜ ਕੇ ਰੋਟੀ ਖਾਧੀ। ਉਸਨੇ ਸਾਡੇ ਨਾਲ ਹੀ ਰੋਟੀ ਖਾ ਲਈ ਤੇ ਉਹ ਮੇਰੀ ਮਾਂ ਨੂੰ ਕਹਿਣ ਲੱਗੀ ਕਿ ਸਾਡੀ ਨੌਕਰਾਣੀ ਤਾਂ ਬਿਲਕੁਲ ਵੀ ਸਵਾਦ ਖਾਣਾ ਨਹੀਂ ਬਣਾਉਂਦੀ। ਜਦੋਂ ਉਹ ਸਾਰਿਆਂ ਨਾਲ ਇਸ ਤਰ੍ਹਾਂ ਖੁੱਲ੍ਹ ਕੇ ਗੱਲਬਾਤ ਕਰ ਰਹੀ ਸੀ ਤਾਂ ਮੇਰੀ ਮਾਂ ਵੀ ਖੁਸ਼ ਹੋਈ ਤੇ ਉਸਨੇ ਕਹਿ ਦਿੱਤਾ ਕਿ ਤੇਰੀ ਸਹੇਲੀ ਤਾਂ ਬਹੁਤ ਜ਼ਿਆਦਾ ਸਮਝਦਾਰ ਹੈ। ਮਾਂ ਨੂੰ ਵੀ ਪੂਜਾ ਬਹੁਤ ਵਧੀਆ ਲੱਗੀ। ਫਿਰ ਜਦੋਂ ਪੂਜਾ ਜਾਣ ਲੱਗੀ ਤਾਂ ਉਸਨੇ ਮੈਨੂੰ ਕਿਹਾ ਕਿ ਤੂੰ ਵੀ ਅੱਜ ਸਾਡੇ ਨਾਲ ਸਾਡੇ ਘਰ ਵਿੱਚ ਆ। ਪਰ ਮੈਂ ਡਰ ਤੇ ਸ਼ਰਮ ਮੰਨ ਰਹੀ ਸੀ, ਕਿਉਂਕਿ ਮੇਰੇ ਕੋਲ ਨਾ ਤਾਂ ਵਧੀਆ ਕੱਪੜੇ ਸਨ ਤੇ ਨਾ ਹੀ ਕੋਈ ਗਿਫਟ ਖਰੀਦਣ ਲਈ ਪੈਸੇ ਸਨ। ਕਿਉਂਕਿ ਪੂਜਾ ਜਦੋਂ ਸਾਡੇ ਘਰ ਆਈ ਸੀ ਤਾਂ ਉਹ ਸਾਰਿਆਂ ਲਈ ਕੁਝ ਨਾ ਕੁਝ ਜ਼ਰੂਰ ਲੈ ਕੇ ਆਈ ਸੀ, ਪਰ ਮੈਂ ਉਸਦੇ ਘਰ ਖਾਲੀ ਹੱਥ ਜਾ ਰਹੀ ਸੀ। ਘਰ ਆਈ ਸੀ ਤਾਂ ਮੈਨੂੰ ਆਪਣੇ ਨਾਲ ਗੱਡੀ ਵਿੱਚ ਬਿਠਾ ਕੇ ਲੈ ਆਈ। ਜਦੋਂ ਉਸਨੇ ਮੈਨੂੰ ਗੱਡੀ ਵਿੱਚ ਬਿਠਾਇਆ ਤਾਂ ਮੈਨੂੰ ਬਹੁਤ ਡਰ ਲੱਗ ਰਿਹਾ ਸੀ, ਕਿਉਂਕਿ ਮੈਂ ਪਹਿਲੀ ਵਾਰ ਗੱਡੀ ਦੀ ਸਵਾਰੀ ਕਰ ਰਹੀ ਸੀ। ਪੂਜਾ ਦੇ ਡਰਾਈਵਰ ਨੇ ਗੱਡੀ ਸਟਾਰਟ ਕਰੀ ਤੇ ਅਸੀਂ 10-15 ਕੁ ਮਿੰਟਾਂ ਵਿੱਚ ਹੀ ਉਹਨਾਂ ਦੇ ਘਰ ਪਹੁੰਚੇ। ਜਦੋਂ ਅਸੀਂ ਉਹਨਾਂ ਦੇ ਘਰ ਪਹੁੰਚੇ ਤਾਂ ਮੈਨੂੰ ਬਹੁਤ ਹੀ ਡਰ ਮਹਿਸੂਸ ਹੋ ਰਿਹਾ ਸੀ, ਕਿਉਂਕਿ ਮੈਂ ਪਹਿਲੀ ਵਾਰ ਕਿਸੇ ਮਹਿਲ ਵਰਗੇ ਘਰ ਵਿੱਚ ਗਈ ਸੀ। ਮੈਂ ਤਾਂ ਡਰਦੀ ਸੀ ਕਿ ਮੇਰੇ ਤੋਂ ਕੁਝ ਗਲਤ ਨਾ ਹੋ ਜਾਵੇ। ਜਦੋਂ ਅਸੀਂ ਉਹਨਾਂ ਦੇ ਘਰ ਦੇ ਅੰਦਰ ਗਏ ਤਾਂ ਉਸ ਦੀ ਮਾਂ ਲੌਬੀ ਵਿੱਚ ਬੈਠੇ ਹੋਏ ਸਨ ਤੇ ਆਪਣੇ ਨੌਕਰਾਂ ਦੇ ਉੱਪਰ ਹੁਕਮ ਚੜ੍ਹ ਰਹੇ ਸਨ।
ਮੈਂ ਉਸਦੇ ਮੰਮੀ ਨੂੰ ਨਮਸਤੇ ਬੁਲਾਈ ਤਾਂ ਉਸਨੇ ਗੁੱਸੇ ਜਿਹੀ ਨਜ਼ਰਾਂ ਨਾਲ ਦੇਖਿਆ। ਗੁੱਸੇ ਨਾਲ ਹੀ ਮੇਰੀ ਨਮਸਤੇ ਦਾ ਜਵਾਬ ਦਿੱਤਾ ਤੇ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਉਹਨਾਂ ਦਾ ਗੁੱਸਾ ਦੇਖ ਕੇ। ਮੈਨੂੰ ਉੱਪਰ ਆਪਣੇ ਕਮਰੇ ਵਿੱਚ ਲੈ ਗਈ। ਉਸ ਦਾ ਕਮਰਾ ਬਹੁਤ ਹੀ ਜ਼ਿਆਦਾ ਸੋਹਣਾ ਸੀ। ਪੂਜਾ ਨੇ ਆਪਣੀ ਨੌਕਰਾਨੀ ਨੂੰ ਹੁਕਮ ਦੇ ਦਿੱਤਾ ਕਿ ਮੇਰੀ ਪਸੰਦ ਦਾ ਹੀ ਖਾਣਾ ਬਣਾਇਆ ਜਾਵੇ। ਪੂਜਾ ਨੇ ਮੇਰੇ ਲਈ ਬਹੁਤ ਤਰ੍ਹਾਂ ਤਰ੍ਹਾਂ ਦਾ ਖਾਣਾ ਤਿਆਰ ਕਰਵਾਇਆ ਤੇ ਕਿਹਾ ਕਿ ਅੱਜ ਤੇਰੀ ਪਸੰਦ ਦਾ ਹੀ ਖਾਣਾ ਬਣੇਗਾ। ਉੱਧਰੋਂ ਉਸਦੇ ਪਾਪਾ ਵੀ ਸਾਡੇ ਕਮਰੇ ਵਿੱਚ ਆ ਗਏ। ਮੈਂ ਉਹਨਾਂ ਨੂੰ ਨਮਸਤੇ ਬੁਲਾਈ ਤਾਂ ਉਹ ਮੈਨੂੰ ਦੇਖ ਕੇ ਕਹਿਣ ਲੱਗੇ ਕਿ ਪੂਜਾ, ਤੇਰੀ ਸਹੇਲੀ ਤਾਂ ਬਹੁਤ ਜ਼ਿਆਦਾ ਸੋਹਣੀ ਹੈ ਤੇ ਬਹੁਤ ਹੀ ਮਾਸੂਮ ਹੈ। ਮੈਂ ਉਸਦੀ ਇਹ ਗੱਲ ਸੁਣ ਕੇ ਨੀਵੀਂ ਪਾ ਲਈ। ਮੈਂ ਗਰੀਬ ਜ਼ਰੂਰ ਸੀ, ਪਰ ਮੇਰੇ ਨੈਣ ਨਕਸ਼ ਬਹੁਤ ਹੀ ਜ਼ਿਆਦਾ ਸੋਹਣੇ ਸੁਨੱਖੇ ਸਨ। ਬਚਪਨ ਤੋਂ ਹੀ ਮੇਰੀ ਮਾਂ ਨੂੰ ਲੋਕ ਕਹਿੰਦੇ ਸਨ ਕਿ ਤੂੰ ਤਾਂ ਪਰੀ ਨੂੰ ਜਨਮ ਦਿੱਤਾ ਹੈ। ਉਸਦੇ ਪਾਪਾ ਕਹਿਣ ਲੱਗੇ ਕਿ ਮੈਂ ਤਾਂ ਜਾਣ ਕੇ ਕਿਸੇ ਕੰਮ ਦੇ ਕਾਰਨ ਘਰ ਆਇਆ ਸੀ, ਪਰ ਤੇਰੀ ਦੋਸਤ ਘਰ ਆਈ ਹੈ ਤਾਂ ਮੈਂ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਾਂਗਾ ਤੇ ਤੁਹਾਡੇ ਨਾਲ ਹੀ ਖਾਣਾ ਖਾਵਾਂਗਾ, ਕਿਉਂਕਿ ਘਰ ਵਿੱਚ ਮਹਿਮਾਨ ਆਇਆ ਹੋਵੇ ਤੇ ਘਰ ਦੇ ਲੋਕ ਬਾਹਰ ਹੋਣ, ਇਹ ਚੰਗਾ ਨਹੀਂ ਲੱਗਦਾ। ਅਸੀਂ ਸਾਰਿਆਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਤਾਂ ਉਸਦੇ ਪਾਪਾ ਖਾਣਾ ਖਾਂਦੇ ਵਕਤ ਵੀ ਮੇਰੇ ਵੱਲ ਹੀ ਦੇਖਦੇ ਰਹੇ। ਉਹ ਮੇਰੇ ਵੱਲ ਹੀ ਦੇਖ ਰਹੇ ਸਨ। ਪੂਜਾ ਦੇ ਪਾਪਾ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਸਨ। ਉਹਨਾਂ ਦੀ ਉਮਰ ਵੀ ਜ਼ਿਆਦਾ ਨਹੀਂ ਸੀ ਲੱਗ ਰਹੀ। ਉਹਨਾਂ ਨੇ ਆਪਣੀ ਸਿਹਤ ਨੂੰ ਪੂਰਾ ਸੰਭਾਲ ਕੇ ਰੱਖਿਆ ਹੋਇਆ ਸੀ। ਉਹਨਾਂ ਦੇ ਸਿਰ ਦੇ ਉੱਪਰ ਵੀ ਚਿੱਟੇ ਵਾਲ, ਬਹੁਤ ਹੀ ਘੱਟ ਉਮਰ ਮੁਤਾਬਿਕ ਉਹਨਾਂ ਦੇ ਸਿਰ ਦੇ ਉੱਪਰ ਕੰਨਾਂ ਉੱਪਰ ਹੀ ਥੋੜ੍ਹੇ ਜਿਹੇ ਚਿੱਟੇ ਵਾਲ ਸਨ, ਪਰ ਉਹ ਦੇਖਣ ਵਿੱਚ ਬਹੁਤ ਹੀ ਸੋਹਣੇ ਦਿਖਾਈ ਦਿੰਦੇ ਸੀ। ਉਹ ਬਹੁਤ ਹੀ ਜ਼ਿਆਦਾ ਸੋਹਣੇ ਸੁਨੱਖੇ ਦਿਖਾਈ ਦਿੰਦੇ ਸੀ ਤਾਂ ਉਹਨਾਂ ਨੂੰ ਦੇਖ ਕੇ ਨਹੀਂ ਸੀ ਲੱਗਦਾ ਕਿ ਉਹਨਾਂ ਦੀ ਉਮਰ ਇੰਨੀ ਹੋਵੇਗੀ। ਉਹਨਾਂ ਦਾ ਲਗਾਤਾਰ ਮੇਰੇ ਵੱਲ ਦੇਖਣਾ ਮੈਨੂੰ ਬਹੁਤ ਹੀ ਘੁਟਨ ਮਹਿਸੂਸ ਹੋ ਰਹੀ ਸੀ। ਅਸੀਂ ਸਾਰੇ ਖਾਣਾ ਖਾਣ ਲੱਗੇ ਤਾਂ ਮੇਰੇ ਤੋਂ ਜ਼ਿਆਦਾ ਖਾਣਾ ਨਾ ਖਾਧਾ ਗਿਆ। ਪੂਜਾ ਮੈਨੂੰ ਕਹਿਣ ਲੱਗੀ ਕਿ ਕੀ ਗੱਲ, ਤੂੰ ਖਾਣਾ ਕਿਉਂ ਨਹੀਂ ਖਾ ਰਹੀ? ਤਾਂ ਮੈਂ ਪੂਜਾ ਨੂੰ ਕਿਹਾ ਕਿ ਮੈਨੂੰ ਇੰਨੀ ਭੁੱਖ ਨਹੀਂ ਸੀ। ਮੈਂ ਟੇਬਲ ਤੋਂ ਉੱਠ ਕੇ ਪੂਜਾ ਦੇ ਕਮਰੇ ਵਿੱਚ ਚਲੀ ਗਈ ਤਾਂ ਉਸਦੇ ਪਾਪਾ ਵੀ ਸਾਡੇ ਪਿੱਛੇ ਹੀ ਉਸਦੇ ਕਮਰੇ ਵਿੱਚ ਆ ਗਏ ਤੇ ਫਿਰ ਸਾਡੇ ਸਾਹਮਣੇ ਹੀ ਬੈਠ ਗਏ। ਮੇਰੇ ਤੋਂ ਕੋਈ ਗੱਲਬਾਤ ਵੀ ਨਹੀਂ ਸੀ ਹੋ ਰਹੀ। ਮੈਂ ਆਪਣੀ ਮਾਂ ਤੋਂ 5 ਵਜੇ ਦੀ ਛੁੱਟੀ ਲੈ ਕੇ ਆਈ ਸੀ ਕਿ ਮੈਂ 5 ਵਜੇ ਨੂੰ ਘਰ ਵਾਪਸ ਆ ਜਾਵਾਂਗੀ, ਪਰ ਜਿਵੇਂ ਉਸਦੇ ਪਾਪਾ ਮੈਨੂੰ ਲਗਾਤਾਰ ਦੇਖ ਰਹੇ ਸੀ ਤਾਂ ਮੈਂ 5 ਵਜੇ ਤੱਕ ਉੱਥੇ ਨਹੀਂ ਸੀ ਰੁਕ ਸਕਦੀ। ਮੈਨੂੰ ਬਹੁਤ ਹੀ ਔਖਾ ਮਹਿਸੂਸ ਹੋ ਰਿਹਾ ਸੀ। ਮੈਂ ਪੂਜਾ ਨੂੰ ਕਿਹਾ ਕਿ ਪੂਜਾ, ਮੈਂ ਘਰ ਜਾਣਾ ਹੈ, ਮੈਨੂੰ ਕੰਮ ਹੈ। ਤਾਂ ਪੂਜਾ ਕਹਿਣ ਲੱਗੀ ਕਿ ਤੂੰ ਤਾਂ ਆਂਟੀ ਨੂੰ 5 ਵਜੇ ਦਾ ਕਹਿ ਕੇ ਆਈ ਸੀ, ਰੁਕ ਜਾ, ਹਜੇ ਤਾਂ ਕਿੰਨਾ ਕੁ ਟਾਈਮ ਹੋਇਆ ਤੈਨੂੰ ਆਈ ਨੂੰ, ਆਪਾਂ ਗੱਲਾਂ ਕਰਦੇ ਹਾਂ। ਪਰ ਮੇਰੇ ਲਈ ਬਹੁਤ ਔਖਾ ਸੀ। ਮੈਂ ਕਿਹਾ ਕਿ ਤੂੰ ਡਰਾਈਵਰ ਨੂੰ ਕਹਿ ਦੇ ਕਿ ਮੈਨੂੰ ਘਰ ਛੱਡ ਆਵੇ। ਤਾਂ ਉਸਦੇ ਪਾਪਾ ਇਹ ਗੱਲ ਸੁਣ ਕੇ ਕਹਿਣ ਲੱਗੇ ਕਿ ਡਰਾਈਵਰ ਤਾਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਹੈ ਤੇ ਉਹ 5 ਵਜੇ ਨੂੰ ਹੀ ਘਰ ਵਾਪਸ ਆਵੇਗਾ। ਪੂਜਾ ਨੂੰ ਕਿਹਾ ਕਿ ਨਹੀਂ ਪੂਜਾ, ਮੈਨੂੰ ਜ਼ਰੂਰੀ ਕੰਮ ਹੈ, ਤੂੰ ਡਰਾਈਵਰ ਨੂੰ ਫੋਨ ਕਰ ਕਿ ਜਲਦੀ ਘਰ ਵਾਪਸ ਆ ਜਾਵੇ। ਜਦੋਂ ਮੈਂ ਜਾਣ ਲਈ ਇੰਨਾ ਕਹਿ ਰਹੀ ਸੀ ਤਾਂ ਉਸਦੇ ਪਾਪਾ ਕਹਿਣ ਲੱਗੇ ਕਿ ਮੈਂ ਤੈਨੂੰ ਘਰ ਛੱਡ ਆਉਣਾ। ਜਦੋਂ ਉਸਦੇ ਪਾਪਾ ਨੇ ਇਸ ਤਰ੍ਹਾਂ ਕਿਹਾ ਤਾਂ ਮੈਨੂੰ ਡਰ ਲੱਗਣ ਲੱਗਾ ਤੇ ਮੈਂ ਕਿਹਾ, ਨਹੀਂ ਅੰਕਲ, ਮੈਨੂੰ ਤੁਹਾਡੇ ਨੌਕਰ ਘਰ ਛੱਡ ਆਉਣਗੇ, ਕਿਉਂਕਿ ਮੈਂ ਨਹੀਂ ਸੀ ਚਾਹੁੰਦੀ ਕਿ ਮੈਂ ਇਕੱਲੀ ਨੂੰ ਉਸਦੇ ਪਾਪਾ ਘਰ ਛੱਡ ਕੇ ਆਉਣ, ਕਿਉਂਕਿ ਜਿਸ ਤਰ੍ਹਾਂ ਉਹ ਮੇਰੇ ਵੱਲ ਦੇਖ ਰਹੇ ਸੀ ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਸੀ। ਮੈਂ ਪੂਜਾ ਨੂੰ ਕਿਹਾ ਕਿ ਮੈਂ ਤਾਂ ਘਰ ਜਾਣਾ ਹੈ ਤਾਂ ਉਸਦੇ ਪਾਪਾ ਕਹਿਣ ਲੱਗੇ ਕਿ ਨੌਕਰ ਤਾਂ 8 ਵਜੇ ਤੱਕ ਘਰ ਵਾਪਸ ਆਵੇਗਾ, ਕਿਉਂਕਿ ਮੈਂ ਉਸਨੂੰ ਜ਼ਰੂਰੀ ਕੰਮ ਲਈ ਬਾਹਰ ਭੇਜਿਆ, ਉਹ ਸ਼ਹਿਰ ਗਿਆ ਹੈ
ਜੇ ਤੂੰ 8 ਵਜੇ ਤੱਕ ਰੁਕ ਜਾਵੇਂਗੀ ਤਾਂ ਉਹ ਤੈਨੂੰ ਆ ਕੇ ਘਰ ਛੱਡ ਆਵੇਗਾ। ਮੈਂ ਉਹਨਾਂ ਦੇ ਘਰ 8 ਵਜੇ ਤੱਕ ਨਹੀਂ ਸੀ ਰੁਕ ਸਕਦੀ, ਕਿਉਂਕਿ ਮੈਂ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਪਰੇਸ਼ਾਨ ਸੀ। ਤਾਂ ਫਿਰ ਉਸਦੇ ਪਾਪਾ ਕਹਿਣ ਲੱਗੇ ਕਿ ਜੇਕਰ ਤੂੰ ਨਹੀਂ ਰੁਕ ਸਕਦੀ ਤਾਂ ਬੇਟਾ ਮੈਂ ਤੁਹਾਨੂੰ ਛੱਡ ਆਉਂਦਾ ਹਾਂ। ਮੈਂ ਉਹਨਾਂ ਦੇ ਨਾਲ ਮਜਬੂਰੀ ਵਿੱਚ ਆਉਣ ਲਈ ਤਿਆਰ ਹੋ ਗਈ। ਜਦੋਂ ਮੈਂ ਕਾਰ ਦੀ ਪਿਛਲੀ ਤਾਕੀ ਖੋਲ੍ਹਣ ਲੱਗੀ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਬੇਟਾ ਤੂੰ ਮੇਰੇ ਨਾਲ ਅਗਲੀ ਸੀਟ ਉੱਪਰ ਬੈਠ ਜਾ। ਮੈਂ ਕਿਹੜਾ ਡਰਾਈਵਰ ਹਾਂ, ਤੂੰ ਪਿੱਛੇ ਬੈਠੇਂਗੀ ਤਾਂ ਠੀਕ ਨਹੀਂ ਲੱਗੇਗਾ। ਪਰ ਮੈਨੂੰ ਉਹਨਾਂ ਦੇ ਬਰਾਬਰ ਹੀ ਬੈਠਣਾ ਕੁਝ ਚੰਗਾ ਨਹੀਂ ਸੀ ਲੱਗ ਰਿਹਾ। ਮੈਂ ਮਜਬੂਰੀ ਵਿੱਚ ਅਗਲੀ ਸੀਟ 'ਤੇ ਬੈਠ ਗਈ। ਮੈਂ ਉਹਨਾਂ ਨੂੰ ਆਪਣੇ ਘਰ ਦਾ ਸਾਰਾ ਰਸਤਾ ਦੱਸ ਦਿੱਤਾ। ਜਦੋਂ ਗੱਡੀ ਮੇਨ ਰੋਡ 'ਤੇ ਜਾ ਰਹੀ ਸੀ ਤਾਂ ਉਹ ਜ਼ਿਆਦਾ ਮੇਰੇ ਵੱਲ ਹੀ ਦੇਖ ਰਹੇ ਸਨ। ਉਹਨਾਂ ਦਾ ਇਸ ਤਰ੍ਹਾਂ ਦੇਖਣਾ ਮੈਨੂੰ ਚੰਗਾ ਨਹੀਂ ਸੀ ਲੱਗ ਰਿਹਾ। ਉਹਨਾਂ ਨੇ ਮੇਰੇ ਘਰ ਦੇ ਗੇਟ ਦੇ ਸਾਹਮਣੇ ਗੱਡੀ ਰੋਕੀ ਤਾਂ ਮੈਂ ਗੱਡੀ ਵਿੱਚੋਂ ਉਤਰ ਗਈ ਤੇ ਮੈਨੂੰ ਤੇ ਉਹ ਵੀ ਨਾਲ ਹੀ ਉਤਰ ਗਏ। ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਤੇ ਆਪਣੀ ਜੇਬ ਵਿੱਚੋਂ 5000 ਕੱਢ ਕੇ ਮੈਨੂੰ ਫੜਾਉਣ ਲੱਗੇ। ਮੈਂ ਬਹੁਤ ਇਨਕਾਰ ਕਰਿਆ ਕਿ ਮੈਂ ਇਸ ਤਰ੍ਹਾਂ ਕਿਸੇ ਤੋਂ ਪੈਸੇ ਨਹੀਂ ਲੈ ਸਕਦੀ। ਮੈਨੂੰ ਪਹਿਲਾਂ ਹੀ ਉਹਨਾਂ ਦਾ ਸੁਭਾਅ ਠੀਕ ਨਹੀਂ ਸੀ ਲੱਗ ਰਿਹਾ ਤੇ ਮੈਂ ਇਸ ਤਰ੍ਹਾਂ ਪੈਸੇ ਲੈਣਾ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ, ਕਿਉਂਕਿ ਅਸੀਂ ਗਰੀਬ ਜ਼ਰੂਰ ਹਾਂ ਪਰ ਕਿਸੇ ਤੋਂ ਇਸ ਤਰ੍ਹਾਂ ਪੈਸੇ ਨਹੀਂ ਸੀ ਲੈ ਸਕਦੇ। ਪੂਜਾ ਦੇ ਪਾਪਾ ਕਹਿਣ ਲੱਗੇ ਕਿ ਤੂੰ ਪਹਿਲੀ ਵਾਰ ਸਾਡੇ ਘਰ ਗਈ ਸੀ ਤੇ ਜਦੋਂ ਵੀ ਕੋਈ ਸਾਡੇ ਘਰ ਮਹਿਮਾਨ ਪਹਿਲੀ ਵਾਰ ਆਉਂਦੇ ਹਨ ਤਾਂ ਉਸ ਨੂੰ ਤੋਹਫੇ ਵਜੋਂ ਕੁਝ ਦਿੱਤਾ ਜਾਂਦਾ ਹੈ। ਪੂਜਾ ਸ਼ਾਇਦ ਜਲਦੀ ਵਿੱਚ ਤੈਨੂੰ ਕੋਈ ਤੋਹਫਾ ਦੇਣਾ ਭੁੱਲ ਗਈ। ਇਹ 5000 ਤੂੰ ਆਪਣੀ ਮਨਮਰਜ਼ੀ ਨਾਲ ਨਹੀਂ ਲੈ ਰਹੀ। ਮੈਂ ਬਹੁਤ ਜ਼ਿਆਦਾ ਉਹਨਾਂ ਨੂੰ ਕਿਹਾ ਪਰ ਉਹਨਾਂ ਨੇ ਮੇਰਾ ਹੱਥ ਫੜ ਕੇ ਜ਼ਬਰਦਸਤੀ ਮੇਰੇ ਹੱਥ ਨੂੰ ਫੜ ਕੇ 5000 ਰੁਪਏ ਰੱਖ ਦਿੱਤੇ ਤੇ ਫਿਰ ਉਹ ਗੱਡੀ ਚਲਾ ਕੇ ਉੱਥੋਂ ਚਲੇ ਗਏ। ਮੈਂ ਆਪਣੇ ਘਰ ਆ ਗਈ ਪਰ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਅਗਲੇ ਦਿਨ ਜਦੋਂ ਮੈਂ ਸਕੂਲ ਗਈ ਤਾਂ ਪੂਜਾ ਚੁੱਪਚਾਪ ਬੈਠੀ ਸੀ। ਉਹ ਮੇਰੇ ਨਾਲ ਬਿਲਕੁਲ ਵੀ ਬੋਲ ਨਹੀਂ ਸੀ ਰਹੀ। ਉਹ ਬਹੁਤ ਹੀ ਜ਼ਿਆਦਾ ਉਦਾਸ ਸੀ। ਪਹਿਲਾਂ ਤਾਂ ਉਹ ਬਹੁਤ ਗੱਲਾਂ ਕਰਦੀ ਸੀ ਪਰ ਅੱਜ ਉਸ ਦਾ ਇਸ ਤਰ੍ਹਾਂ ਚੁੱਪ ਹੋ ਜਾਣਾ ਮੈਨੂੰ ਅਜੀਬ ਤਰ੍ਹਾਂ ਲੱਗ ਰਿਹਾ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰੇ ਤੋਂ ਕੋਈ ਨਾ ਕੋਈ ਗਲਤੀ ਜ਼ਰੂਰ ਹੋਈ ਹੈ ਜੋ ਉਹ ਮੇਰੇ ਨਾਲ ਬਿਲਕੁਲ ਵੀ ਨਹੀਂ ਬੋਲ ਰਹੀ ਸੀ। ਉਹ ਬਿਲਕੁਲ ਚੁੱਪ ਹੀ ਸੀ। ਉਸ ਕੋਲ ਗਈ ਤਾਂ ਉਸ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰੀ ਤਾਂ ਉਹ ਮੇਰੇ ਕੋਲੋਂ ਉੱਠ ਕੇ ਦੂਸਰੀਆਂ ਕੁੜੀਆਂ ਕੋਲ ਚਲੀ ਗਈ। ਮੈਨੂੰ ਉਸ ਦਾ ਇਸ ਤਰ੍ਹਾਂ ਬਦਲਿਆ ਹੋਇਆ ਸੁਭਾਅ ਠੀਕ ਨਹੀਂ ਸੀ ਲੱਗ ਰਿਹਾ। ਮੇਰੇ ਮਨ ਵਿੱਚ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ। ਉਹ ਇਸ ਤਰ੍ਹਾਂ ਮੇਰੇ ਨਾਲ ਕਿਉਂ ਕਰ ਰਹੀ ਹੈ? ਉਹ ਮੇਰੇ ਨਾਲ ਬੋਲ ਕਿਉਂ ਨਹੀਂ ਰਹੀ? ਮੈਂ ਤਾਂ ਉਸ ਨੂੰ ਕੁਝ ਕਿਹਾ ਵੀ ਨਹੀਂ ਸੀ। ਮੈਂ ਤਾਂ ਇਹ ਵੀ ਨਹੀਂ ਸੀ ਸੋਚ ਸਕਦੀ ਕਿ ਉਹ ਮੇਰੀ ਗਰੀਬੀ ਕਰਕੇ ਮੇਰੇ ਤੋਂ ਦੂਰ ਹੋ ਰਹੀ ਆ। ਪਹਿਲਾਂ ਤਾਂ ਉਸਨੇ ਮੇਰੇ ਨਾਲ ਇਸ ਤਰ੍ਹਾਂ ਕਦੇ ਵੀ ਨਹੀਂ ਸੀ ਕਰਿਆ। ਮੈਨੂੰ ਉਸ ਦੀ ਇਸ ਹਰਕਤ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਸੀ, ਕਿਉਂਕਿ ਅਸੀਂ ਪਹਿਲਾਂ ਇਕੱਠੀਆਂ ਹੀ ਰਹਿੰਦੀਆਂ, ਕਦੇ ਵੀ ਅਸੀਂ ਲੜਾਈ ਝਗੜਾ ਨਹੀਂ ਸੀ ਕੀਤਾ ਤੇ ਮੈਨੂੰ ਬਹੁਤ ਹੀ ਅਜੀਬ ਲੱਗ ਰਿਹਾ ਸੀ। ਸਾਰਾ ਦਿਨ ਗੱਲਾਂ ਬਾਤਾਂ ਕਰਦੀਆਂ, ਇਕੱਠੀਆਂ ਹੀ ਬੈਠ ਕੇ ਪੜ੍ਹਾਈ ਕਰਦੀਆਂ ਸੀ। ਜਦੋਂ ਮੈਂ ਉਸ ਨੂੰ ਜ਼ੋਰ ਪਾ ਕੇ ਪੁੱਛਣ ਦੀ ਕੋਸ਼ਿਸ਼ ਕਰੀ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਮੇਰੇ ਤੋਂ ਦੂਰ ਹੀ ਹੋ ਜਾ। ਤੂੰ ਤਾਂ ਬਹੁਤ ਹੀ ਚਾਲਬਾਜ਼ ਨਿਕਲੀ। ਤੂੰ ਤਾਂ ਸਾਡੇ ਘਰ ਨੂੰ ਬਰਬਾਦ ਹੀ ਕਰ ਦਿੱਤਾ। ਮੈਨੂੰ ਉਸ ਦੀ ਇਹ ਗੱਲ ਸੁਣ ਕੇ ਬਹੁਤ ਪਰੇਸ਼ਾਨੀ ਹੋ ਰਹੀ ਸੀ। ਮੈਂ ਉਸ ਨੂੰ ਕਿਹਾ ਕਿ ਮੈਂ ਅਜਿਹਾ ਕੀ ਕਰ ਦਿੱਤਾ ਕਿ ਤੂੰ ਘਰ ਬਰਬਾਦ ਹੋਣ ਦੀਆਂ ਗੱਲਾਂ ਕਰ ਰਹੀ ਆ। ਜਦੋਂ ਉਹ ਮੇਰੇ ਨਾਲ ਲੜ ਰਹੀ ਸੀ ਤਾਂ ਦੂਜੀਆਂ ਕੁੜੀਆਂ ਵੀ ਸਾਡੇ ਕੋਲ ਆ ਗਈਆਂ ਤਾਂ ਉਹ ਬਿਲਕੁਲ ਚੁੱਪ ਹੋ ਗਈ। ਇਹਨਾਂ ਨੂੰ ਛੁੱਟੀ ਹੋ ਗਈ
ਤੇ ਅਸੀਂ ਸਾਨੂੰ ਛੁੱਟੀ ਹੋ ਗਈ ਤੇ ਅਸੀਂ ਆਪੋ ਆਪਣੇ ਘਰ ਚਲੀਆਂ ਗਈਆਂ। ਪਰ ਇਸ ਤਰ੍ਹਾਂ ਪੂਜਾ ਦਾ ਬਦਲਿਆ ਹੋਇਆ ਸੁਭਾਅ ਮੈਨੂੰ ਬੇਚੈਨੀ ਵਿੱਚ ਪਾ ਗਿਆ ਤੇ ਮੇਰਾ ਦਿਮਾਗ ਮਨ ਸ਼ਾਇਦ ਮੇਰੇ ਤੋਂ ਘਰ ਗਈ ਤੋਂ ਕੋਈ ਨਾ ਕੋਈ ਗਲਤੀ ਹੋਈ ਹੋਵੇਗੀ। ਪਰ ਮੈਂ ਤਾਂ ਅਜਿਹਾ ਕੁਝ ਵੀ ਨਹੀਂ ਸੀ ਕੀਤਾ ਕਿ ਉਹਨਾਂ ਦਾ ਘਰ ਬਰਬਾਦ ਹੋ ਜਾਵੇ। ਫਿਰ ਜਦੋਂ ਸ਼ਾਮ ਹੋਈ ਤਾਂ ਸਾਡੇ ਘਰ ਦਾ ਗੇਟ ਖੜਕਿਆ। ਜਦੋਂ ਮੈਂ ਗੇਟ ਖੋਲ੍ਹਿਆ ਤਾਂ ਪੂਜਾ ਸਾਡੇ ਗੇਟ ਦੇ ਸਾਹਮਣੇ ਖੜੀ ਸੀ। ਉਸ ਦੀਆਂ ਅੱਖਾਂ ਰੋ ਰੋ ਕੇ ਲਾਲ ਹੋ ਚੁੱਕੀਆਂ ਸਨ ਤੇ ਉਸ ਦਾ ਬੁਰਾ ਹਾਲ ਹੋ ਗਿਆ ਸੀ। ਮੈਂ ਉਸ ਦਾ ਇਸ ਤਰ੍ਹਾਂ ਬਦਲਿਆ ਹੋਇਆ ਰੂਪ ਪਹਿਲੀ ਵਾਰ ਦੇਖਿਆ ਤਾਂ ਮੈਂ ਉਸ ਨੂੰ ਕਿਹਾ ਕਿ ਪੂਜਾ, ਕੀ ਗੱਲ ਹੈ? ਮੈਨੂੰ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਸ਼ਾਇਦ ਉਹ ਆਪਣੀ ਗੱਲ ਦੀ ਸ਼ਰਮ ਮਹਿਸੂਸ ਕਰ ਰਹੀ ਹੈ ਤੇ ਮੇਰੇ ਤੋਂ ਮਾफ़ੀ ਮੰਗਣ ਲੱਗੀ ਆ। ਉਸਨੇ ਮੈਨੂੰ ਸਕੂਲ ਵਿੱਚ ਬੁਰਾ ਭਲਾ ਕਿਹਾ, ਪਰ ਜਦੋਂ ਮੈਂ ਉਸ ਨੂੰ ਆਪਣੇ ਘਰ ਦੇ ਅੰਦਰ ਲੈ ਕੇ ਆਈ ਸੀ, ਕਮਰੇ ਵਿੱਚ ਚਲੀਆਂ ਗਈਆਂ ਤੇ ਜਦੋਂ ਉਹ ਕਮਰੇ ਵਿੱਚ ਆਈ ਤਾਂ ਮੈਂ ਉਸ ਨੂੰ ਬੈਠਣ ਲਈ ਕਿਹਾ ਤਾਂ ਉਸਨੇ ਜੋ ਕਿਹਾ ਉਹ ਸੁਣ ਕੇ ਮੇਰੇ ਤਾਂ ਹੋਸ਼ ਹੀ ਉੱਡ ਗਏ। ਉਹ ਕਹਿਣ ਲੱਗੀ ਕਿ ਤੂੰ ਤਾਂ ਸਾਡੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ। ਤੂੰ ਤਾਂ ਸਾਡਾ ਜਿਉਣਾ ਹੀ ਮੁਸ਼ਕਿਲ ਕਰ ਦਿੱਤਾ। ਮੈਨੂੰ ਉਸ ਦੀਆਂ ਗੱਲਾਂ ਦੀ ਬਿਲਕੁਲ ਵੀ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਹਿ ਰਹੀ ਹੈ। ਕਿ ਪੂਜਾ, ਤੂੰ ਮੈਨੂੰ ਸਾਫ਼-ਸਾਫ਼ ਦੱਸ, ਤੂੰ ਕਹਿਣਾ ਕੀ ਚਾਹੁੰਦੀ ਹੈ? ਪੂਜਾ ਕਹਿਣ ਲੱਗੀ ਕਿ ਤੂੰ ਮੇਰੇ ਪਾਪਾ ਨੂੰ ਖੁਸ਼ ਕਰ ਦੇ, ਨਹੀਂ ਤਾਂ ਸਾਡੀ ਜ਼ਿੰਦਗੀ ਬਰਬਾਦ ਹੋ ਜਾਵੇਗੀ। ਮੈਂ ਉਸ ਦੇ ਮੂੰਹੋਂ ਜਦੋਂ ਇਹ ਗੱਲ ਸੁਣੀ ਤਾਂ ਮੇਰਾ ਖੂਨ ਉਬਾਲੇ ਖਾਣ ਲੱਗਾ ਤੇ ਮੈਂ ਉਸ ਨੂੰ ਗੁੱਸੇ ਵਿੱਚ ਕਿਹਾ ਕਿ ਤੂੰ ਮੇਰੇ ਘਰ ਵਿੱਚੋਂ ਨਿਕਲ ਜਾ, ਇਸ ਤਰ੍ਹਾਂ ਮੈਨੂੰ ਕਿਵੇਂ ਕਹਿ ਸਕਦੀ ਆਂ? ਤਾਂ ਉਸਨੇ ਕਿਹਾ ਕਿ ਤੈਨੂੰ ਇਹ ਕੰਮ ਕਰਨਾ ਹੀ ਪਵੇਗਾ। ਤੂੰ ਜੇਕਰ ਅੱਜ ਰਾਤ ਨੂੰ ਮੇਰੇ ਪਾਪਾ ਕੋਲ ਨਾ ਗਈ ਤਾਂ ਬਹੁਤ ਬੁਰਾ ਹੋਵੇਗਾ। ਤੇ ਮੈਂ ਉਸ ਨੂੰ ਕਹਿ ਦਿੱਤਾ ਕਿ ਗੇਟ ਦਾ ਰਸਤਾ ਦਿਖਾ ਦਿੱਤਾ ਤੇ ਕਿਹਾ ਕਿ ਤੂੰ ਮੇਰੇ ਘਰ ਵਿੱਚੋਂ ਨਿਕਲ ਜਾ। ਮੈਂ ਗਰੀਬ ਜ਼ਰੂਰ ਹਾਂ, ਪਰ ਮੈਂ ਇੰਨੀ ਗਰੀਬ ਨਹੀਂ ਕਿ ਮੈਂ ਆਪਣੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦੇਵਾਂ ਤੇ ਤੇਰੀ ਗੱਲ ਨੂੰ ਮੰਨ ਲਵਾਂ। ਮੈਂ ਉਸ ਨੂੰ ਖਰੀਆਂ ਗੱਲਾਂ ਸੁਣਾ ਕੇ ਆਪਣੇ ਘਰੋਂ ਕੱਢ ਦਿੱਤਾ। ਸਾਡੀਆਂ ਦੋਹਾਂ ਦੀਆਂ ਗੱਲਾਂ ਮੇਰੀ ਮਾਂ ਨੇ ਵੀ ਸੁਣ ਲਈਆਂ। ਉਹ ਵੀ ਪਰੇਸ਼ਾਨ ਹੋ ਗਈ ਤੇ ਮੈਂ ਵੀ ਆਪਣਾ ਰੋ ਰੋ ਕੇ ਬੁਰਾ ਹਾਲ ਕਰ ਲਿਆ। ਫਿਰ ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਤੂੰ ਰੋਣਾ ਨਹੀਂ, ਤੂੰ ਕਿਹੜਾ ਕੋਈ ਗਲਤੀ ਕਰੀ ਆ। ਐਵੇਂ ਹੀ 2-4 ਦਿਨ ਲੰਘ ਗਏ ਤਾਂ ਅਚਾਨਕ ਹੀ ਮੇਰੇ ਪਾਪਾ ਜਿਹੜੇ ਕੰਮ ਤੇ ਜਾਂਦੇ ਸਨ, ਉਹਨਾਂ ਨੂੰ ਉਸ ਕੰਮ ਤੋਂ ਉਸ ਦੇ ਮਾਲਕ ਨੇ ਮਨਾ ਕਰ ਦਿੱਤਾ। ਸਾਡੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਰੋਜ਼ ਹੀ ਮੇਰੇ ਪਾਪਾ ਕਮਾਉਂਦੇ ਸੀ ਤੇ ਉਸ ਦੇ ਨਾਲ ਹੀ ਸਾਡੇ ਘਰ ਵਿੱਚ ਖਾਣਾ ਬਣਦਾ। ਮਹੀਨੇ ਦਾ ਖਰਚਾ ਸਾਡੇ ਘਰ ਤਾਂ ਮੇਰੇ ਪਾਪਾ ਦਾ ਹਰ ਰੋਜ਼ ਕੰਮ ਕਰਕੇ ਮਸਾਂ ਹੀ ਚਲਾਉਂਦੇ ਸਨ। ਫਿਰ ਮੇਰੇ ਪਾਪਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿਣ ਲੱਗੇ। ਉਹ ਕੰਮ ਲਈ ਦਰ-ਦਰ ਭਟਕਣ ਲੱਗੇ, ਪਰ ਉਹਨਾਂ ਨੂੰ ਕਿਤੋਂ ਵੀ ਕੋਈ ਕੰਮ ਨਾ ਮਿਲਿਆ। ਉਹ ਜ਼ਿਆਦਾਤਰ ਘਰ ਵਿੱਚ ਚੁੱਪ-ਚਾਪ ਹੀ ਰਹਿੰਦੇ ਸਨ। ਉਹਨਾਂ ਨੂੰ ਕਿਤੇ ਵੀ ਕੋਈ ਕੰਮ ਨਾ ਮਿਲਦਾ, ਨਾ ਕੋਈ ਦਿਹਾੜੀ, ਨਾ ਕੋਈ ਕੰਮ ਮਿਲਦਾ। ਹੁਣ ਸਾਡੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਸਨ ਕਿ ਅਸੀਂ 24 ਘੰਟਿਆਂ ਦੇ ਵਿੱਚ ਸਿਰਫ ਇੱਕ ਟਾਈਮ ਹੀ ਖਾਣਾ ਖਾਂਦੇ ਸੀ। ਮੇਰੀ ਮਾਂ ਵੀ ਕਮਜ਼ੋਰ ਸੀ। ਉਹ ਵੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਨਹੀਂ ਸੀ ਕਰ ਸਕਦੀ ਕਿ ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ। ਫਿਰ ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣੀ ਸ਼ੁਰੂ ਕਰ ਦਿੱਤੀ, ਪਰ ਉਸ ਦੇ ਨਾਲ ਘਰ ਨਹੀਂ ਸੀ ਚੱਲ ਸਕਦਾ। ਮੇਰੇ ਪਾਪਾ ਨੇ ਇੰਨਾ ਕੰਮ ਕੀਤਾ ਕਿ ਅਚਾਨਕ ਉਹਨਾਂ ਨੂੰ ਦਿਲ ਵਿੱਚ ਚੀਜ਼ ਉੱਠੀ ਤੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ। ਅਸੀਂ ਦੋਵੇਂ, ਮੇਰੀ ਮਾਂ ਤੇ ਮੈਂ, ਘਬਰਾ ਗਏ ਤੇ ਪਾਪਾ ਨੂੰ ਸ਼ਹਿਰ ਹਸਪਤਾਲ ਲੈ ਗਏ ਤੇ ਹਸਪਤਾਲ ਵਿੱਚ ਡਾਕਟਰ ਨੇ ਜੋ ਕਿਹਾ ਉਹ ਸੁਣ ਕੇ ਤਾਂ ਅਸੀਂ ਘਬਰਾ ਗਏ। ਉਹਨਾਂ ਨੇ ਕਿਹਾ ਕਿ ਇਹਨਾਂ ਦਾ ਛੇਤੀ ਤੋਂ ਛੇਤੀ ਆਪਰੇਸ਼ਨ ਕਰਨਾ ਪਵੇਗਾ, ਨਹੀਂ ਤਾਂ ਇਹਨਾਂ ਦੀ ਜਾਨ ਨੂੰ ਖਤਰਾ ਹੈ। ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਅਸੀਂ ਆਪਰੇਸ਼ਨ ਕਰਵਾ ਸਕੀਏ। ਮੈਨੂੰ ਕੋਈ ਵੀ ਰਾਹ ਨਹੀਂ ਸੀ ਲੱਭ ਰਿਹਾ। ਮੈਂ ਬਹੁਤ ਪਰੇਸ਼ਾਨ ਹੋ ਚੁੱਕੀ ਸੀ
ਕਿ ਸਾਡੇ ਕੋਲ ਵੇਚਣ ਨੂੰ ਵੀ ਕੁਛ ਨਹੀਂ ਸੀ ਜਿਹੜਾ ਅਸੀਂ ਵੇਚ ਕੇ ਉਹਨਾਂ ਦਾ ਇਲਾਜ ਕਰਨ ਲਈ ਪੈਸੇ ਇਕੱਠੇ ਕਰ ਸਕਦੇ। ਮੈਂ ਤੇ ਮੇਰੀ ਮਾਂ ਹੋਰ ਜ਼ਿਆਦਾ ਪਰੇਸ਼ਾਨ ਹੋਈਆਂ। ਸਾਡੇ ਰਿਸ਼ਤੇਦਾਰ ਵੀ ਸਾਡੀ ਮਦਦ ਨਹੀਂ ਸੀ ਕਰਦੇ, ਕਿਉਂਕਿ ਗਰੀਬ ਦੀ ਕੋਈ ਵੀ ਮਦਦ ਨਹੀਂ ਕਰਦਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਸੀਂ ਜਿਹੜੇ ਪੈਸੇ ਲਵਾਂਗੇ ਉਹ ਸਾਡੇ ਤੋਂ ਮੋੜੇ ਤਾਂ ਨਹੀਂ ਜਾਣੇ। ਫਿਰ ਮੇਰੀ ਮਾਂ ਨੇ ਕਿਹਾ ਕਿ ਤੂੰ ਪੂਜਾ ਤੋਂ ਹੀ ਮਦਦ ਮੰਗ ਲੈ, ਤੂੰ ਪੂਜਾ ਤੋਂ ਮੁਆਫੀ ਮੰਗ ਲੈ, ਤੋ ਅਸੀਂ ਉਹ ਤੈਨੂੰ ਪੂਜਾ ਤੋਂ ਮਾफ़ੀ ਮੰਗ ਲੈ ਅਤੇ ਉਹ ਤੈਨੂੰ ਪੈਸੇ ਦੇ ਦੇਵੇਗੀ, ਕਿਉਂਕਿ ਉਹ ਬਹੁਤ ਹੀ ਅਮੀਰ ਘਰ ਤੋਂ ਹੈ। ਉਹ ਤੇਰੀ ਮਦਦ ਜ਼ਰੂਰ ਕਰੇਗੀ। ਮੈਨੂੰ ਵੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪੂਜਾ ਦੀ ਮਦਦ ਲੈਣ ਤੋਂ ਬਿਨਾਂ ਹੋਰ ਕੋਈ ਵੀ ਮੇਰੇ ਕੋਲ ਰਾਹ ਨਹੀਂ ਸੀ। ਉਸੇ ਵਕਤ ਮੈਂ ਪੂਜਾ ਦੇ ਘਰ ਚਲੀ ਗਈ। ਜਦੋਂ ਮੈਂ ਉਹਨਾਂ ਦੇ ਘਰ ਗਈ ਤਾਂ ਦੋਵੇਂ ਮਾਂ ਬੇਟੀ ਦੋਵੇਂ ਇਕੱਠੀਆਂ ਬੈਠੀਆਂ ਸਨ। ਤਾਂ ਉਹ ਮੈਨੂੰ ਦੇਖ ਕੇ ਚੌਂਕ ਗਈ। ਤਾਂ ਪੂਜਾ ਨੂੰ ਮੈਂ ਕਿਹਾ ਕਿ ਮੈਂ ਤੇਰੇ ਤੋਂ ਮੁਆਫੀ ਮੰਗਦੀ ਹਾਂ, ਤੂੰ ਮੇਰੀ ਮਦਦ ਕਰ ਦੇ। ਮੇਰੇ ਪਾਪਾ ਨੂੰ ਹਾਰਟ ਅਟੈਕ ਆ ਗਿਆ ਅਤੇ ਉਹਨਾਂ ਦੀ ਜਾਨ ਖਤਰੇ ਵਿੱਚ ਆ। ਤੂੰ ਉਹਨਾਂ ਦੀ ਜਾਨ ਬਚਾ ਸਕਦੀ ਹੈ। ਤੂੰ ਮੈਨੂੰ ਪੈਸਿਆਂ ਦੀ ਮਦਦ ਕਰ ਦੇ ਅਤੇ ਮੈਂ ਤੇਰੀ ਹਰ ਗੱਲ ਮੰਨਣ ਲਈ ਤਿਆਰ ਹਾਂ। ਪੂਜਾ ਦੇ ਉਸਦੀ ਮਾਂ ਆਪਸ ਵਿੱਚ ਇੱਕ ਦੂਜੇ ਵੱਲ ਦੇਖ ਰਹੀਆਂ ਸਨ ਅਤੇ ਦੋਨੋਂ ਮੱਠਾ ਜਿਹਾ ਮੁਸਕਰਾਈਆਂ। ਮੈਨੂੰ ਉਹਨਾਂ ਦਾ ਇਸ ਤਰ੍ਹਾਂ ਹੱਸਣਾ ਚੰਗਾ ਨਹੀਂ ਲੱਗਾ ਅਤੇ ਪੂਜਾ ਮੈਨੂੰ ਕਹਿਣ ਲੱਗੀ ਕਿ ਤੂੰ ਮੇਰੇ ਪਾਪਾ ਨੂੰ ਖੁਸ਼ ਕਰ ਦੇ, ਤੇਰੇ ਪਾਪਾ ਦੀ ਜ਼ਿੰਦਗੀ ਬਚਾ ਦੇਵਾਂਗੇ। ਤਾਂ ਮੈਂ ਕਿਹਾ ਠੀਕ ਹੈ। ਤਾਂ ਉਸਨੇ ਕਿਹਾ ਤੂੰ ਅੱਜ ਰਾਤ ਨੂੰ ਸਾਡੇ ਘਰ ਆ ਜਾਵੀਂ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਪਹਿਲਾਂ ਮੈਨੂੰ ਪੈਸੇ ਦੇ ਦਿਓ, ਮੈਂ ਡਾਕਟਰ ਨੂੰ ਸ਼ਾਮ ਨੂੰ ਜਾ ਕੇ ਦੇ ਆਵਾਂਗੀ। ਤਾਂ ਪੂਜਾ ਨੇ ਮੈਨੂੰ ਇੱਕ ਚੈੱਕ ਦੇ ਦਿੱਤਾ ਅਤੇ ਕਿਹਾ ਕਿ ਅੱਧੇ ਪੈਸੇ ਕੰਮ ਹੋਣ ਤੋਂ ਬਾਅਦ ਵਿੱਚ ਮਿਲਣਗੇ। ਮੈਂ ਚੈੱਕ ਲੈ ਕੇ ਡਾਕਟਰ ਕੋਲ ਚਲੀ ਗਈ ਅਤੇ ਪੈਸੇ ਜਮ੍ਹਾਂ ਕਰਵਾ ਦਿੱਤੇ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਤੇਰੇ ਕੋਲ ਕੱਲ੍ਹ ਨੂੰ ਆਵਾਂਗੀ। ਮੈਂ ਆਪਣੀ ਮਾਂ ਨੂੰ ਕੁਝ ਵੀ ਨਾ ਦੱਸਿਆ। ਮੈਂ ਜਦੋਂ ਸ਼ਾਮ ਹੋਈ ਤਾਂ ਪੂਜਾ ਦੇ ਬੰਗਲੇ ਵਿੱਚ ਪਹੁੰਚੀ ਤਾਂ ਪੂਜਾ ਅਤੇ ਪੂਜਾ ਦੀ ਮਾਂ ਇਕੱਠੀਆਂ ਬੈਠੀਆਂ ਕੁਝ ਗੱਲਾਂ ਕਰ ਰਹੀਆਂ ਸਨ ਅਤੇ ਉਹ ਕਹਿ ਰਹੀਆਂ ਸਨ ਕਿ ਅੱਜ ਆਪਣਾ ਕੰਮ ਹੋ ਜਾਵੇਗਾ। ਉਹ ਬਹੁਤ ਖੁਸ਼ ਸਨ। ਮੈਨੂੰ ਪਤਾ ਨਹੀਂ ਸੀ ਕਿ ਉਹ ਅਜਿਹਾ ਕਿਹੜਾ ਕੰਮ ਕਰਨ ਜਾ ਰਹੀਆਂ ਹਨ। ਉਹਨਾਂ ਨੂੰ ਮੇਰੇ ਆਉਣ ਦਾ ਕੁਝ ਵੀ ਪਤਾ ਨਾ ਲੱਗਾ। ਫਿਰ ਮੈਂ ਗੇਟ ਖੋਲ੍ਹਿਆ ਅਤੇ ਅੰਦਰ ਚਲੀ ਗਈ। ਪੂਜਾ ਨੇ ਮੈਨੂੰ ਉੱਪਰ ਜਾਣ ਦਾ ਇਸ਼ਾਰਾ ਕਰ ਦਿੱਤਾ ਅਤੇ ਨਾਲ ਹੀ ਕਿਹਾ ਕਿ ਇਹ ਸਟਾਮ ਉੱਪਰ ਲੈ ਜਾਵੀਂ। ਉਸ ਸਟਾਮ ਪੇਪਰ ਦੇ ਉੱਪਰ ਕੁਝ ਵੀ ਨਹੀਂ ਸੀ ਲਿਖਿਆ ਅਤੇ ਕਿਹਾ ਕਿ ਤੂੰ ਮੇਰੇ ਪਾਪਾ ਦੇ ਨੇੜੇ ਜਾਣ ਤੋਂ ਪਹਿਲਾਂ ਉਹਨਾਂ 'ਤੇ ਸਾਈਨ ਕਰਵਾ ਲਵੀਂ ਇਸ ਉੱਪਰ। ਉਸ ਦੇ ਹੱਥਾਂ ਵਿੱਚ ਉਹ ਸਟਾਮ ਪੇਪਰ ਫੜਿਆ ਹੋਇਆ ਸੀ ਅਤੇ ਮੈਂ ਉੱਪਰ ਚਲੀ ਗਈ। ਜਦੋਂ ਮੈਂ ਉੱਪਰ ਕਮਰੇ ਵਿੱਚ ਜਾ ਕੇ ਗੇਟ ਖੋਲ੍ਹਿਆ ਤਾਂ ਪੂਜਾ ਦੇ ਪਾਪਾ ਨਾਈਟ ਸੂਟ ਪਾ ਕੇ ਬੈਠੇ ਸਨ। ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਕਹਿਣ ਲੱਗੇ ਕਿ ਅੰਦਰ ਆ ਜਾ ਅਤੇ ਕਮਰੇ ਦੀ ਕੁੰਡੀ ਲਾ ਲੈ। ਮੈਂ ਗੇਟ ਨੂੰ ਬੰਦ ਕੀਤਾ ਅਤੇ ਕੁੰਡੀ ਲਗਾ ਲਈ। ਮੇਰੇ ਹੱਥ ਵਿੱਚ ਪੇਪਰ ਸੀ। ਉਹ ਮੇਰੇ ਨੇੜੇ ਆਉਣ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇੱਕ ਰਾਤ ਗੁਜ਼ਾਰਨ ਦਾ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਂ ਤੁਹਾਡੇ ਨਾਲ ਕੁਝ ਵੀ ਗਲਤ ਸੰਬੰਧ ਨਹੀਂ ਬਣਾ ਸਕਦੀ। ਉਹ ਮੇਰੇ ਜਦੋਂ ਨੇੜੇ ਆਉਣ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਨਜਾਇਜ਼ ਸੰਬੰਧ ਨਹੀਂ ਬਣਾ ਸਕਦੀ। ਕਿ ਫਿਰ ਮੈਨੂੰ ਕਿਹਾ ਕਿ ਫਿਰ ਤੂੰ ਇੱਥੇ ਕੀ ਲੈਣ ਆਈ ਹੈ। ਤਾਂ ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਰਾਤ ਗੁਜ਼ਾਰਨ 'ਤੇ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਮੈਂ ਕੁਝ ਵੀ ਗਲਤ ਨਹੀਂ ਕਰ ਸਕਦੀ। ਤੁਸੀਂ ਮੇਰੇ ਨਾਲ ਵਿਆਹ ਕਰਵਾ ਲਓ, ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਤਾਂ ਉਹ ਕਹਿਣ ਲੱਗੇ ਕਿ ਮੈਂ ਤਾਂ ਪਹਿਲਾਂ ਹੀ ਆਪਣੀ ਪਤਨੀ ਤੋਂ ਤੰਗ ਹਾਂ ਅਤੇ ਅੱਜ ਮੇਰੀ ਬੇਟੀ ਅਤੇ ਮੇਰੀ ਪਤਨੀ ਨੇ ਮੇਰੀ ਬੇਟੀ ਨੂੰ ਵੀ ਵਿਗਾੜ ਕੇ ਰੱਖ ਦਿੱਤਾ। ਉਹ ਬਹੁਤ ਹੀ ਘਟੀਆ ਕਿਸਮ ਦੀ ਔਰਤ ਹੈ। ਉਸਨੇ ਮੇਰੀ ਬੇਟੀ ਨੂੰ ਵੀ ਉਸ ਤਰ੍ਹਾਂ ਹੀ ਬਣਾ ਦਿੱਤਾ। ਮੈਂ ਬਹੁਤ ਗਰੀਬ ਸੀ ਅਤੇ ਮੇਰੀ ਪਤਨੀ ਨੂੰ ਆਪਣੇ ਪੇਕਿਆਂ ਤੋਂ ਜਾਇਦਾਦ ਆਉਂਦੀ ਸੀ, ਇਸ ਕਰਕੇ ਉਸਨੇ ਮੇਰੇ ਉੱਪਰ ਰੋਹਬ ਰੱਖਿਆ। ਪਰ ਉਹ ਮੇਰੀ ਗੱਲ ਨਹੀਂ ਮੰਨਦੀ, ਆਪਣੀ ਮਨਮਰਜ਼ੀ ਕਰਦੀ ਹੈ ਅਤੇ ਉਹ ਕਈ ਰਾਤਾਂ ਬਾਹਰ ਗੁਜ਼ਾਰਦੀ ਹੈ। ਇਸ ਤਰ੍ਹਾਂ
ਹੀ ਮੇਰੀ ਧੀ ਵੀ ਉਸ ਨੂੰ ਦੇਖ ਕੇ ਉਸੇ ਤਰ੍ਹਾਂ ਕਰਦੀ ਹੈ। ਪਰ ਉਹ ਮੇਰਾ ਕਿਹਾ ਦੋਵੇਂ ਮਾਵਾਂ ਧੀਆਂ ਬਿਲਕੁਲ ਵੀ ਨਹੀਂ ਮੰਨਦੀਆਂ। ਉਹ ਮੇਰੇ ਨਾਲ ਵਿਆਹ ਕਰਵਾਉਣ ਲਈ ਰਾਜੀ ਹੋ ਗਏ, ਪਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੱਲ੍ਹ ਨੂੰ ਮੇਰੇ ਨਾਲ ਵਿਆਹ ਕਰਵਾ ਲਓ, ਪਰ ਮੈਂ ਅੱਜ ਦੀ ਰਾਤ ਤੁਹਾਡੇ ਨਾਲ ਕੋਈ ਵੀ ਰਿਸ਼ਤਾ ਨਹੀਂ ਬਣਾ ਸਕਦੀ। ਉਹ ਮੇਰੀ ਗੱਲ ਨੂੰ ਸਮਝ ਗਏ। ਉਹ ਵੀ ਆਪਣੀ ਪਤਨੀ ਤੋਂ ਦੁਖੀ ਸਨ ਤੇ ਉਹਨਾਂ ਮਾਂ ਬੇਟੀ ਤੋਂ ਆਪਣਾ ਖਹਿੜਾ ਛੁਡਵਾਉਣਾ ਚਾਹੁੰਦੇ ਸਨ। ਫਿਰ ਮੈਂ ਉਹਨਾਂ ਨੂੰ ਉਹ ਸਟਾਂਪ ਪੇਪਰ ਦਿਖਾਇਆ ਤੇ ਉਹ ਸਟਾਂਪ ਪੇਪਰ ਦੇਖ ਕੇ ਹੈਰਾਨ ਰਹਿ ਗਏ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਪੂਜਾ ਨੇ ਤੁਹਾਡੀ ਪਤਨੀ ਤੇ ਮੈਨੂੰ ਦਿੱਤਾ, ਤੁਹਾਡੀ ਪਤਨੀ ਤੇ ਪੂਜਾ ਨੇ ਮੈਨੂੰ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਕਿ ਤੂੰ ਮੇਰੇ ਪਾਪਾ ਦੇ ਨੇੜੇ ਜਾਣ ਤੋਂ ਪਹਿਲਾਂ ਉਹਨਾਂ ਦੇ ਉੱਪਰ ਸਾਈਨ ਕਰਵਾ ਲਵੀਂ। ਉਹ ਤੁਹਾਨੂੰ ਇਸ ਜਾਇਦਾਦ ਤੋਂ ਬੇਦਖਲ ਕਰਨਾ ਚਾਹੁੰਦੀਆਂ ਨੇ, ਇਸ ਘਰ ਵਿੱਚੋਂ ਤੁਹਾਨੂੰ ਕੱਢਣਾ ਚਾਹੁੰਦੀਆਂ ਨੇ। ਤਾਂ ਉਹ ਮੇਰੀ ਸਾਰੀ ਗੱਲ ਸਮਝ ਗਏ ਤੇ ਕਹਿਣ ਲੱਗੇ ਕਿ ਮੈਂ ਤੇਰੀ ਗੱਲ ਸਮਝ ਗਿਆ ਹਾਂ। ਮੈਨੂੰ ਤੇਰੀ ਇਹ ਗੱਲ ਵਧੀਆ ਲੱਗੀ ਕਿ ਤੂੰ ਮੇਰੇ ਤੋਂ ਇਹ ਗੱਲ ਲੁਕਾ ਵੀ ਸਕਦੀ ਸੀ, ਪਰ ਤੂੰ ਆਪਣੀ ਇਮਾਨਦਾਰੀ ਨਾਲ ਮੈਨੂੰ ਸਾਰੀ ਗੱਲ ਦੱਸ ਦਿੱਤੀ। ਹੁਣ ਮੈਂ ਤੇਰੇ ਨਾਲ ਹੀ ਆਪਣੀ ਸਾਰੀ ਜ਼ਿੰਦਗੀ ਕੱਟਾਂਗਾ। ਉਹਨਾਂ ਦੀ ਉਮਰ ਤਕਰੀਬਨ 42 ਕੁ ਸਾਲ ਦੀ ਹੋਵੇਗੀ ਤੇ ਮੇਰੀ ਹਜੇ 20 ਕੁ ਸਾਲ ਦੀ ਸੀ। ਮੈਨੂੰ ਵੱਡੀ ਉਮਰ ਦਾ ਕੋਈ ਇਤਰਾਜ਼ ਨਹੀਂ ਸੀ। ਉਹਨਾਂ ਨੇ ਆਪਣੇ ਦੋਸਤ ਨੂੰ ਕਿਹਾ ਕਿ ਤੂੰ ਇੱਕ ਪਾਸੇ ਤਲਾਕ ਦੇ ਪੇਪਰ ਤੇ ਦੂਸਰੇ ਪਾਸੇ ਕੋਰਟ ਮੈਰਿਜ ਕਰਵਾਉਣ ਦਾ ਇੰਤਜ਼ਾਮ ਕਰ। ਮੈਂ ਸਾਰੀ ਰਾਤ ਉਸ ਦੇ ਕਮਰੇ ਵਿੱਚ ਗੁਜ਼ਾਰੀ, ਪਰ ਉਹਨਾਂ ਨੇ ਮੈਨੂੰ ਕੁਝ ਨਾ ਕਿਹਾ। ਸ਼ੁਰੂਆਤ ਅਸੀਂ ਅਗਲੇ ਦਿਨ ਚੜ੍ਹਿਆ ਤਾਂ ਮੈਂ ਪੂਜਾ ਦੇ ਪਾਪਾ ਤੇ ਅਸੀਂ ਦੋਨੇ ਸੁਬਾਹ ਗੱਡੀ ਲੈ ਕੇ ਬਾਹਰ ਚਲੇ ਗਏ। ਉਹ ਮਾਂ ਬੇਟੀ ਅਜੇ ਤੱਕ ਸੁੱਤੀਆਂ ਹੀ ਪਈਆਂ ਸਨ। ਉੱਧਰੋਂ ਉਹਨਾਂ ਦੇ ਤਲਾਕ ਪੇਪਰ ਬਣਵਾ ਲਏ, ਦੂਸਰੇ ਪਾਸੇ ਸਾਡਾ ਕੋਰਟ ਮੈਰਿਜ ਹੋਵੇ। ਜਦੋਂ ਅਸੀਂ ਵਿਆਹ ਕਰਕੇ ਘਰ ਆਏ ਤਾਂ ਉਸਦੀ ਪਤਨੀ ਸਾਨੂੰ ਦੇਖ ਕੇ ਹੈਰਾਨ ਰਹਿ ਗਈ ਤੇ ਪੂਜਾ ਦੀ ਮੰਮੀ ਕਹਿਣ ਲੱਗੀ ਕਿ ਇਹ ਤੂੰ ਕੀ ਕੀਤਾ? ਤਾਂ ਪੂਜਾ ਦੇ ਪਾਪਾ ਨੇ ਕਿਹਾ ਕਿ ਮੈਂ ਦੂਸਰਾ ਵਿਆਹ ਕਰਵਾ ਲਿਆ ਤੇ ਤੂੰ ਮੇਰੇ ਤੋਂ ਅੱਜ ਤੋਂ ਬਾਅਦ ਆਜ਼ਾਦ ਹਾਂ। ਤੁਸੀਂ ਇਸ ਘਰ ਤੋਂ ਜਾ ਸਕਦੇ ਹੋ। ਚਾਬੀ ਲੈ ਲਓ ਤੇ ਮੈਂ ਤੁਹਾਨੂੰ ਸ਼ਹਿਰ ਵਿੱਚ ਇੱਕ ਫਲੈਟ ਖਰੀਦ ਕੇ ਦਿੱਤਾ। ਤੁਸੀਂ ਉੱਥੇ ਜਾ ਕੇ ਰਹਿ ਸਕਦੇ ਹੋ। ਇਹ ਘਰ ਮੇਰਾ ਤੇ ਮੇਰੀ ਪਤਨੀ ਦਾ ਹੈ ਕਿਉਂਕਿ ਮੈਂ ਦੂਸਰਾ ਵਿਆਹ ਕਰਵਾ ਲਿਆ। ਇਹ ਦੇਖ ਕੇ ਪੂਜਾ ਵੀ ਹੱਕੀ ਬੱਕੀ ਰਹਿ ਗਈ ਤੇ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਮੇਰੇ ਨਾਲ ਧੋਖਾ ਕਰਿਆ ਹੈ। ਮੈਂ ਉਸ ਨੂੰ ਕਿਹਾ ਕਿ ਮੈਂ ਕੋਈ ਧੋਖਾ ਨਹੀਂ ਕਰਿਆ। ਮੈਂ ਕਿਸੇ ਨਾਲ ਨਜਾਇਜ਼ ਰਿਸ਼ਤਾ ਨਹੀਂ ਬਣਾ ਸਕਦੀ ਸੀ। ਮੈਂ ਗਰੀਬ ਜ਼ਰੂਰ ਹਾਂ, ਪਰ ਮੈਂ ਬੇਇੱਜ਼ਤ ਕੁੜੀ ਨਹੀਂ ਹਾਂ। ਮੈਂ ਇੱਜ਼ਤਦਾਰ ਕੁੜੀ ਹਾਂ। ਸ਼ਾਇਦ ਪਰਮਾਤਮਾ ਨੂੰ ਵੀ ਇਹੀ ਮਨਜ਼ੂਰ ਸੀ। ਪਰਮਾਤਮਾ ਨੇ ਮੇਰੀ ਕਿਸਮਤ ਬਦਲ ਦਿੱਤੀ ਤੇ ਮੈਨੂੰ ਏਡੇ ਵੱਡੇ ਘਰ ਦੀ ਮਾਲਕਣ ਬਣਾ ਦਿੱਤਾ। ਹਾਂਜੀ ਦੋਸਤੋ, ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ। ਮਿਲਾਂਗੇ ਜੀ ਤੁਹਾਨੂੰ ਕੱਲ੍ਹ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।